मैं डॉक्टर सुंदरजीत कौर बुट्टर लैक्चरर पंजाबी सरकारी कन्या सीनियर सैकेंडरी स्कूल कैंप बटाला जिला गुरदासपुर तो तुहानू सारिਆਂ ਨੂੰ ਸਤਿਕਾਰ ਤੇ ਪਿਆਰ ਭਰਪੂਰ ਸਤਿ ਸ਼੍ਰੀ ਅਕਾਲ ਕਹਿੰਦੀ ਆ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ 11ਵੀਂ ਜਮਾਤ ਇਲੈਕਟਰ ਪੰਜਾਬੀ ਦੀ ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਲੈ ਕੇ ਹਾਜ਼ਰ ਹੋਈ ਹਾਂ। ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਔਰਤ ਦੀ ਸਥਿਤੀ ਨੂੰ ਬਿਆਨ ਕੀਤਾ ਹੈ। ਤਾਂ ਉਹ ਸੁਣਦੇ ਹਾਂ, ਮੇਰੀ ਨਹੀਂ ਪੁੱਗਦੀ। ਸੁਖਵਿੰਦਰ ਅੰਮ੍ਰਿਤ ਦਾ ਜਨਮ ਸਦਰਪੁਰਾ ਲੁਧਿਆਣੇ ਵਿਖੇ 11 ਦਸੰਬਰ 1963 ਨੂੰ ਹੋਇਆ। ਵਿਦਿਅਕ ਯੋਗਤਾ ਪੱਖੋਂ ਉਹਨਾਂ ਨੇ MA ਪੰਜਾਬੀ ਕੀਤੀ ਹੋਈ ਹੈ। ਕੁਝ ਸਮਾਂ ਉਹਨਾਂ ਨੇ ਸਰਕਾਰੀ ਕਾਲਜ ਲੜਕੇ ਲੁਧਿਆਣਾ ਵਿਖੇ ਅਧਿਆਪਨ ਵੀ ਕੀਤਾ। ਇਸ ਵਕਤ ਸੁਖਵਿੰਦਰ ਅੰਮ੍ਰਿਤ ਪੂਰੀ ਤਰ੍ਹਾਂ ਲਿਖਣ ਕਾਰਜ ਨੂੰ ਸਮਰਪਿਤ ਹੈ। ਉਸਨੇ ਹੁਣ ਤੱਕ ਸੂਰਜ ਦੀ ਦਹਿਲੀਜ਼, ਚਿਰਾਗਾਂ ਦੀ ਡਾਰ, ਕਣੀਆਂ, ਪਤਝੜ ਵਿੱਚ ਪੁੰਗਰ ਦੇ ਪੱਤੇ, ਕੇਸਰ ਦੇ ਛਿੱਟੇ, ਧੁੱਪ ਦੀ ਚੁੰਨੀ, ਹਜ਼ਾਰ ਰੰਗ ਦੀ ਲਾਟ, ਪੁੰਨਿਆ, ਨੀਲਿਆ ਮੋਰਾ ਵੇ ਆਦਿ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ ਹਨ। ਉਹਨਾਂ ਨੂੰ ਬਚਪਨ ਤੋਂ ਹੀ ਲਿਖਣ ਦਾ ਬੜਾ ਸ਼ੌਂਕ ਸੀ ਤੇ ਬਚਪਨ ਵਿੱਚ ਹੀ ਉਹ ਕਵਿਤਾਵਾਂ ਲਿਖਦੇ ਹੁੰਦੇ ਸਨ। ਉਹ ਇੱਕ ਕਿਤਾਬ ਦੇ ਵਿੱਚ ਲਿਖਦੇ ਹਨ ਕਿ ਜਦੋਂ ਉਸ ਦੀਆਂ ਕੁਝ ਕਵਿਤਾਵਾਂ ਲਿਖੀਆਂ, ਉਸ ਦੀ ਮਾਤਾ ਜੀ ਨੇ ਇੱਕ ਵਾਰ ਫੜੀਆਂ ਤੇ ਉਹਨੂੰ ਚੁੱਲ੍ਹੇ ਦੇ ਵਿੱਚ ਸੁੱਟ ਦਿੱਤਾ ਤੇ ਨਾਲ ਹੀ ਇਹ ਵਾਰਨਿੰਗ ਦਿੱਤੀ ਕਿ ਜੇ ਤੇਰਾ ਪਿਓ ਇਹ ਵੇਖ ਲੈਂਦਾ ਤਾਂ ਉਹ ਤੇਰਾ ਕੀ ਹਸ਼ਰ ਕਰਦਾ। ਇਸੇ ਤਰ੍ਹਾਂ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਲੰਘਦਿਆਂ ਉਹਨਾਂ ਦਾ ਵਿਆਹ ਹੋ ਗਿਆ, ਪਰ ਜੀਵਨ ਸਾਥੀ ਨੇ ਉਹਨਾਂ ਦੇ ਨਾਲ ਬੜਾ ਵਧੀਆ ਕੋਆਪਰੇਸ਼ਨ ਦੇ ਨਾਲ ਉਹਨਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਦੇ ਲਈ ਤੋਰਿਆ ਤੇ ਕਵਿਤਾਵਾਂ ਉਹ ਲਿਖਦੇ ਗਏ ਤੇ ਇੰਨੀਆਂ ਰਚਨਾਵਾਂ ਉਹਨਾਂ ਨੇ ਸਾਹਿਤ ਦੀ ਝੋਲੀ ਵਿੱਚ ਪਾਈਆਂ। ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ, ਅੰਮ੍ਰਿਤਾ ਪ੍ਰੀਤਮ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਬਾਵਾ ਬਲਵੰਤ ਪੁਰਸਕਾਰ ਆਦਿ ਹਾਸਲ ਹੋਏ ਹਨ। ਸੁਖਵਿੰਦਰ ਅੰਮ੍ਰਿਤ ਦੀਆਂ ਕੁਝ ਕਵਿਤਾਵਾਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ। ਸੁਖਵਿੰਦਰ ਅੰਮ੍ਰਿਤ ਆਪਣੀ ਕਵਿਤਾ 'ਚ ਵੱਖ-ਵੱਖ ਸਮਾਜਿਕ ਸਰੋਕਾਰਾਂ ਦਾ ਬਖੂਬੀ ਪ੍ਰਸਤੁਤੀਕਰਨ ਕਰਦੀ ਹੈ। ਭਾਵੇਂ ਕਿ ਉਸ ਦੀ ਕਵਿਤਾ ਦੇ ਵਿਸ਼ੇ ਬਹੁ-ਭਾਂਤੀ ਤੇ ਬਹੁ-ਦਿਸ਼ਾਵੀ ਹਨ, ਪਰ ਫਿਰ ਵੀ ਉਸ ਨੇ ਨਾਰੀਤਵ ਨੂੰ ਪ੍ਰਮੁੱਖਤਾ ਸਹਿਤ ਉਭਾਰਿਆ ਹੈ। ਬੱਚਿਓ, ਤੁਹਾਡੀ ਇਸ ਕਿਤਾਬ ਦੇ ਵਿੱਚ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਸ਼ਾਮਲ ਕੀਤੀ ਗਈ ਹੈ। ਇਸ ਕਵਿਤਾ ਵਿੱਚ ਕਵਿਤਰੀ ਨੇ ਸਾਡੇ ਸਮਾਜ 'ਚ ਔਰਤ ਦੀ ਤਰਸਦਿਕ ਸਥਿਤੀ, ਤਰਸ ਵਾਲੀ ਜਿਹੜੀ ਸਥਿਤੀ ਆ ਉਸ ਨੂੰ ਉਹਨਾਂ ਨੇ ਬਿਆਨ ਕੀਤਾ ਹੈ। ਤੇ ਆਓ ਬੱਚਿਓ, ਉਹਨਾਂ ਦੀ ਕਵਿਤਾ ਬੜੇ ਗੌਰ ਨਾਲ ਪੜ੍ਹਦੇ ਹਾਂ ਤੇ ਫਿਰ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ। ਪਿਆਰੇ ਬੱਚਿਓ, ਮੈਂ ਅੱਗੇ ਵੀ ਕਹਿੰਦੀ ਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਕਵਿਤਾ ਦੀ ਵਿਆਖਿਆ ਕਰਨੀ ਆ, ਉਹਦੇ ਪ੍ਰਸੰਗ ਸਹਿਤ, ਤਾਂ ਉਸ ਤੋਂ ਪਹਿਲਾਂ ਤੁਸੀਂ ਕਵਿਤਾ ਸਾਰੀ ਨੂੰ ਇੱਕ ਵਾਰ ਜ਼ਰੂਰ ਪੜ੍ਹੋ, ਦੂਜੀ ਵਾਰ ਉਹਦੇ ਸਰਲ ਅਰਥ ਕਰੋ। ਤੇ ਆਓ ਇੱਕ ਵਾਰ ਪਹਿਲੋਂ ਅਸੀਂ ਸਾਰੀ ਕਵਿਤਾ ਨੂੰ ਧਿਆਨ ਨਾਲ ਪੜ੍ਹਦੇ ਹਾਂ। ਮੇਰੀ ਨਹੀਂ ਪੁੱਗਦੀ, ਮਾਂ ਨੇ ਝਿੜਕੀ, ਪਿਓ ਨੇ ਝਿੜਕੀ, ਵੀਰ ਮੇਰੇ ਨੇ ਵਰਜੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਇੱਧਰ ਕੰਢੇ ਉੱਧਰ ਵਾੜਾਂ, ਵਿੰਨ੍ਹੀਆਂ ਗਈਆਂ ਕੋਮਲ ਨਾੜਾਂ, ਇੱਕ ਇੱਕ ਸਾਹ ਦੀ ਖਾਤਰ ਅੜੀਓ, 100-100 ਵਾਰੀ ਮਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਸਿਰਜਾਂ ਪਾਲਾਂ, ਗੋਦ ਸੰਭਾਲਾਂ, ਰਾਤ ਦਿਨੇ ਰਤ ਆਪਣੀ ਬਾਲਾਂ, ਕੁਲ ਤੇ ਚਾਨਣ ਖਾਤਰ ਆਪਣੀ, ਖਾਕ 'ਚੋਂ ਦੀਵੇ ਕੱਢਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਚਰਖਾ ਕੱਤਾਂ
ਸੂਤ ਬਣਾਵਾਂ, ਸੂਹੇ ਸਾਵੇ ਰੰਗ ਚੜਾਵਾਂ, ਸਭ ਦੇ ਪਿੰਡੇ ਪਹਿਰਨ ਪਾਵਾਂ, ਆਪ ਰਹਾਂ ਮੈਂ ਠਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਬੂਟੇ ਲਾਵਾਂ, ਪਾਣੀ ਪਾਵਾਂ, ਸੇਰੇ ਗੁੰਦਾਂ, ਸੁੱਖ ਮਨਾਵਾਂ, ਜੇ ਕਿਸੇ ਰੁੱਖ ਤੇ ਪੀਂਘ ਝੁਟਾਵਾਂ, ਫੇਰ ਨਾ ਦੁਨੀਆ ਜਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਜੇ ਅੰਬਰ ਦਾ ਗੀਤ ਮੈਂ ਗਾਵਾਂ, ਸ਼ਿਕਰੇ ਰੋਕਣ ਮੇਰੀਆਂ ਰਾਵਾਂ, ਜ਼ਖਮੀ ਹੋਵਾਂ ਤੇ ਡਿੱਗ ਜਾਵਾਂ, ਰਹਾਂ ਮੈਂ ਹੌਕੇ ਭਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਅੰਮੜੀ ਕਹੇ ਪ੍ਰਾਹੁਣੀ ਆਈ, ਸੱਸੂ ਕਹੇ ਬੇਗਾਨੀ ਜਾਈ, ਸਾਰੀ ਉਮਰ ਪਤਾ ਨਾ ਲੱਗਿਆ, ਧੀ ਮੈਂ ਕਿਹੜੇ ਘਰ ਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਗੁੜ ਪੁਣੀ, ਗੁੜ ਪੁਣੀ ਦੀ ਲੋੜ ਨਾ ਕੋਈ, ਨਾ ਕੋਈ ਹੁਕਮ ਤੇ ਨਾ ਰਜੋਈ, ਦੱਬਣ ਦੀ ਵੀ ਹੁਣ ਨਹੀਂ ਖੇਚਲ, ਜੰਮਣੋਂ ਪਹਿਲਾਂ ਮਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਪਿਆਰੇ ਬੱਚਿਓ, ਮੈਂ ਜਦੋਂ ਵੀ ਪੜ੍ਹਾਉਂਦੀ ਹਾਂ ਕਵਿਤਾ, ਮੈਂ ਪਹਿਲਾਂ ਇੱਕ ਵਾਰ ਕਵਿਤਾ ਸਾਰੀ ਪੜ੍ਹਦੀ ਹਾਂ ਅਤੇ ਤੁਹਾਨੂੰ ਵੀ ਮੈਂ ਇਹੋ ਹੀ ਸਲਾਹ ਦਿੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਆ, ਉਸ ਕਵਿਤਾ ਨੂੰ ਚੰਗੀ ਤਰ੍ਹਾਂ ਸਮਝਣਾ ਬਹੁਤ ਜ਼ਰੂਰੀ ਆ ਉਸ ਦੀ ਵਿਆਖਿਆ ਕਰਨ ਤੋਂ ਪਹਿਲਾਂ। ਅਤੇ ਇਸ ਨੂੰ ਸਮਝਣ ਦੇ ਵਾਸਤੇ ਸਾਰੀ ਕਵਿਤਾ ਨੂੰ 1-2 ਵਾਰ ਗੌਰ ਨਾਲ ਪੜ੍ਹੋ, ਫਿਰ ਉਹਦੀ ਵਿਆਖਿਆ ਵੱਲ ਤੁਰੋ। ਅਤੇ ਆਓ ਹੁਣ ਇਹਦੀ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ। ਮਾਂ ਨੇ ਝਿੜਕੀ, ਪਿਓ ਨੇ ਝਿੜਕੀ, ਵੀਰ ਮੇਰੇ ਨੇ ਵਰਚੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਇੱਧਰ ਕੰਢੇ ਉੱਧਰ ਵਾੜਾਂ, ਵਿੰਨੀਆਂ ਗਈਆਂ ਕੋਮਲ ਨਾੜਾਂ, ਇੱਕ ਇੱਕ ਸਾਹ ਦੀ ਖਾਤਰ ਅੜਿਓ, 100-100 ਵਾਰੀ ਮਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਵੇਖੋ ਹੁਣ ਇਹ ਸ਼ੁਰੂ ਹੁੰਦਾ ਵਾ ਕਾਵਿ ਟੋਟਾ, ਮਾਂ ਨੇ ਝਿੜਕੀ। ਮਾਂ ਨੇ ਝਿੜਕੀ ਲਿਖ ਕੇ ਅੱਗੇ ਡਾਟ ਲਾਈਨ ਅਤੇ ਅਖੀਰ ਦੀ ਜਿਹੜੀ ਲਾਈਨ ਵਾ, ਮੇਰੀ ਨਹੀਂ ਪੁੱਗਦੀ ਮਨ ਮਰਜੀ, ਉਹ ਲਿਖ ਦਿਓ। ਜਾਣੀ ਕਿ ਇਹ ਕਾਵਿ ਟੋਟਾ ਸਮਝ ਲੱਗ ਗਿਆ ਕਿ ਸਾਨੂੰ ਇੱਥੋਂ ਸ਼ੁਰੂ ਹੁੰਦਾ ਅਤੇ ਇੱਥੇ ਆਣ ਕੇ ਖਤਮ ਹੁੰਦਾ। ਫਿਰ ਇਸ ਦਾ ਪ੍ਰਸੰਗ, ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ, ਕੌਮਿਆਂ 'ਚ ਲਿਖਣਾ ਕਿਤਾਬ ਦਾ ਨਾਂ, ਪੰਜਾਬੀ ਪਾਠ ਪੁਸਤਕ ਵਿੱਚ ਸ਼ਾਮਲ। ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ, ਸੁਖਵਿੰਦਰ ਅੰਮ੍ਰਿਤ ਅਤੇ ਮੇਰੀ ਨਹੀਂ ਪੁੱਗਦੀ ਨੂੰ ਕੌਮਿਆਂ ਵਿੱਚ ਲਿਖਣਾ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿੱਤਰੀ ਨੇ ਸਾਡੇ ਸਮਾਜ ਵਿੱਚ ਔਰਤ ਦੀ ਬੇਵਸੀ ਨੂੰ, ਸਥਿਤੀ ਨੂੰ ਬੜੇ ਹੀ ਵਧੀਆ ਤਰ੍ਹਾਂ ਢੰਗ ਦੇ ਨਾਲ ਬਿਆਨ ਕੀਤਾ ਹੈ। ਅੱਗੇ ਵੇਖੋ ਵਿਆਖਿਆ। ਅਸੀਂ ਸਾਰੇ ਹੀ ਕਾਵਿ ਟੋਟੇ ਦੀ ਵਿਆਖਿਆ ਕਰਨੀ ਹੁੰਦੀ ਆ, ਨਾ ਕਿ ਇੱਕ ਲਾਈਨ ਦੀ। ਕਵਿੱਤਰੀ ਇਸ ਕਾਵਿ ਟੋਟੇ ਵਿੱਚ ਕਹਿੰਦੀ ਹੈ ਕਿ ਜਦੋਂ ਵੀ ਕਦੀ ਉਸਨੇ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰਨਾ ਚਾਹਿਆ ਤਾਂ ਉਸਨੂੰ ਉਸ ਦੀ ਮਾਂ ਨੇ ਵੀ ਝਿੜਕਿਆ ਅਤੇ ਬਾਪ ਨੇ ਵੀ ਝਿੜਕਿਆ। ਵੀਰ ਨੇ ਵੀ ਉਸ ਨੂੰ ਉਸ ਵੱਲੋਂ ਮਨ ਭਾਉਂਦਾ ਕਦਮ ਚੁੱਕਣ ਤੋਂ ਰੋਕਿਆ। ਇੰਝ ਘਰ ਵਿੱਚ ਉਸ ਦੀ ਮਰਜ਼ੀ ਨਹੀਂ ਚੱਲਦੀ। ਉਸ ਲਈ ਤਾਂ ਇੱਧਰ ਵੀ ਕੰਢੇ ਹਨ ਅਤੇ ਉੱਧਰ ਵੀ ਵਾੜਾਂ ਹਨ, ਜਿਨ੍ਹਾਂ ਵਿੱਚ ਉਸ ਦੀਆਂ ਕੋਮਲ ਨਾੜਾਂ ਵਿੰਨ੍ਹੀਆਂ ਗਈਆਂ ਹਨ। ਉਸ ਨੂੰ ਘਰ ਵਿੱਚ ਜਾਂ ਕਿਤੇ ਵੀ ਬਾਹਰ ਆਪਣੀ ਮਰਜ਼ੀ ਦਾ ਇੱਕ ਇੱਕ ਸਾਹ ਲੈਣ ਲਈ 100-100 ਵਾਰੀ ਆਪਣੇ ਅੰਦਰ ਹੀ ਮਰਨਾ ਪੈਂਦਾ ਹੈ। ਉਸ ਨੂੰ ਘਰ ਵਿੱਚ ਆਪਣੀ ਮਰਜ਼ੀ ਕਰਨ ਦੀ ਬਿਲਕੁਲ ਮਨਾਹੀ ਹੁੰਦੀ ਹੈ। ਅਗਲਾ ਵੇਖੋ ਬੱਚੋ, ਪਹਿਲਾ ਅਸੀਂ ਕਾਵਿ ਟੋਟਾ ਕਰ ਲਿਆ। ਅਗਲਾ ਕਾਵਿ ਟੋਟਾ ਵੇਖੋ। ਸਿਰਜਾਂ ਪਾਲਾਂ ਗੋਦ ਸੰਭਾਲਾਂ, ਰਾਤ ਦਿਨੇ ਰਤ ਆਪਣੀ ਬਾਲਾਂ, ਕੁਲ ਦੇ ਚਾਨਣ ਖਾਤਰ ਆਪਣੀ, ਖਾਕ ਚੋਂ ਦੀਵੇ ਘੜਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਹੁਣ ਵੇਖੋ ਦੂਸਰਾ ਕਾਵਿ ਟੋਟਾ। ਇਹਦੇ ਵਿੱਚ ਅਸੀਂ ਵੇਖੀਏ ਕਿ ਕਿਹੜੇ ਕਿਹੜੇ ਔਖੇ ਸ਼ਬਦ ਆ, ਪਹਿਲਾਂ ਉਹਨਾਂ ਦੇ ਅਰਥ ਸਮਝ ਲਈਏ। ਕੁਲ ਜਿੱਥੇ ਆਇਆ ਵੇਖੋ, ਕੁਲ
ਕੁੱਲ ਦੇ ਚਾਨਣ। ਕੁੱਲ ਕੌਣ ਹੈ? ਖਾਨਦਾਨ, ਪਰਿਵਾਰ, ਸਾਰਾ ਖਾਨਦਾਨ ਜਿਹੜਾ ਹੁੰਦਾ ਉਹਨੂੰ ਕਹਿੰਦੇ ਕੁੱਲ। ਅੱਗੇ ਆ ਖਾਨ। ਖਾਨ ਜਿਹੜਾ ਸ਼ਬਦ ਆ ਉਸ ਦਾ ਅਰਥ ਹੈ ਮਿੱਟੀ, ਤੇ ਚਾਨਣ ਦਾ ਅਰਥ ਹੈ ਰੋਸ਼ਨੀ। ਉਸੇ ਤਰ੍ਹਾਂ ਹੀ ਅਸੀਂ ਜਿਸ ਤਰ੍ਹਾਂ ਤੁਹਾਨੂੰ ਅੱਗੇ ਦੱਸਿਆ ਕਿ ਸਿਰਜਾਂ ਪਾਲਾਂ ਦੇ ਅੱਗੇ ਡਾਟ ਲਾਈਨ ਪਾ ਕੇ ਤੇ ਅਖੀਰ ਦੇ ਵਿੱਚ ਮਨ ਮਰਜ਼ੀ ਲਿਖ ਦੇਣਾ, ਜਾਣੀ ਕਿ ਇੱਥੋਂ ਕਾਵਿ ਟੁੱਟਾ ਸ਼ੁਰੂ ਹੋਇਆ ਤੇ ਇੱਥੇ ਆਣ ਕੇ ਖਤਮ ਹੋ ਗਿਆ। ਅੱਗੇ ਵੇਖੋ ਇਹਦਾ ਪ੍ਰਸੰਗ ਆ ਕਿ ਇਹ ਕਾਵਿ ਟੁੱਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵਿੱਤਰੀ ਨੇ ਔਰਤ ਦੀ ਦਸ਼ਾ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਅੱਗੇ ਵੇਖੋ ਵਿਆਖਿਆ ਸਾਰੇ ਕਾਵਿ ਟੁੱਟ ਦੀ ਅਸੀਂ ਇਕੱਠੀ ਕਰਨੀ ਆ। ਕਵਿੱਤਰੀ ਕਹਿੰਦੀ ਹੈ ਕਿ ਉਹ ਬੱਚਿਆਂ ਨੂੰ ਪੈਦਾ ਕਰਦੀ ਤੇ ਗੋਦ ਵਿੱਚ ਪਾਲਦੀ ਹੈ। ਉਹ ਖਾਨਦਾਨ ਦੇ ਚਾਨਣ ਪੈਦਾ ਕਰਨ ਲਈ ਆਪਣੇ ਸਰੀਰ ਦੀ ਮਿੱਟੀ ਵਿੱਚੋਂ ਦੀਵੇ ਘੜ ਕੇ ਤੇ ਉਹਨਾਂ ਵਿੱਚ ਆਪਣੇ ਖੂਨ ਪਾ ਕੇ ਬਾਲਦੀ ਹੈ। ਇਸ ਦੇ ਬਾਵਜੂਦ ਵੀ ਘਰ ਵਿੱਚ ਉਸਦੀ ਮਰਜ਼ੀ ਨਹੀਂ ਚੱਲਦੀ। ਇੱਥੇ ਉਹਨੇ ਆਪਣੇ ਬੱਚਿਆਂ ਦੀ ਗੱਲ ਕੀਤੀ ਹੈ ਕਿ ਜਿਹੜੇ ਉਹ ਘਰ ਨੂੰ ਵਾਰਸ ਦਿੰਦੀ ਹੈ, ਉਹਨਾਂ ਦੀ ਗੱਲ ਸੁਖਵਿੰਦਰ ਅੰਮ੍ਰਿਤ ਜੀ ਨੇ ਇੱਕ ਔਰਤ ਦੇ ਬਾਰੇ ਵਿੱਚ ਕੀਤੀ ਹੈ। ਅੱਗੇ ਵੇਖੋ ਅਗਲਾ ਕਾਵਿ ਟੋਟਾ ਕੀ ਆ। ਚਰਖਾ ਕੱਤਾਂ ਸੂਤ ਬਣਾਵਾਂ, ਸੂਹੇ ਸਾਵੇ ਰੰਗ ਚੜਾਵਾਂ, ਸਭ ਤੇ ਪਿੰਡੇ ਪਹਿਰਨ ਪਾਵਾਂ, ਆਪ ਰਹਾ ਮੈਂ ਠਰਦੀ ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਪਹਿਰਨ ਵਿੱਚ ਸ਼ਬਦ ਆਇਆ ਪਹਿਰਨ। ਪਹਿਰਨ ਦਾ ਮਤਲਬ ਆ ਪਹਿਰਾਵਾ, ਜਿਹੜਾ ਕਿ ਪਾਉਣ ਲਈ ਕੱਪੜੇ ਵਗੈਰਾ। ਇਹ ਵੀ ਉਸੇ ਤਰ੍ਹਾਂ ਹੀ ਕਾਵਿ ਟੋਟਾ ਕਰਨਾ। ਚਰਖਾ ਕੱਤਾਂ ਤੋਂ ਲੈ ਕੇ ਡਾਟ ਲਾਈਨ ਤੇ ਅਖੀਰ ਦੇ ਵਿੱਚ ਮਨ ਮਰਜ਼ੀ। ਤੇ ਇਹਦੇ ਵਿੱਚ ਪ੍ਰਸੰਗ ਉਸੇ ਤਰ੍ਹਾਂ ਹੀ। ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਜਿਹੜੀ ਸਾਡੀ ਪਾਠ ਪੁਸਤਕ ਆ ਉਸ ਦੇ ਵਿੱਚੋਂ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਦੇ ਵਿੱਚ ਕਵਿੱਤਰ ਨੇ ਔਰਤ ਦੀ ਬੇਵਸੀ ਵਾਲੀ ਸਥਿਤੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਅੱਗੇ ਵੇਖੋ ਵਿਆਖਿਆ। ਕਵਿੱਤਰੀ ਕਹਿੰਦੀ ਹੈ ਕਿ ਉਹ ਚਰਖਾ ਕੱਤਦੀ ਹੈ ਤੇ ਸੂਤ ਬਣਾਉਂਦੀ ਹੈ। ਇਸ ਸੂਤ ਨੂੰ ਲਾਲ ਹਰੇ ਰੰਗ ਚੜਾ ਕੇ ਕੱਪੜੇ ਬਣਵਾਉਂਦੀ ਹੈ ਤੇ ਸਾਰੇ ਟੱਬਰ ਦੇ ਮੈਂਬਰਾਂ ਦੇ ਸਰੀਰ ਨੂੰ ਪਹਿਰਾਵਾ ਪਹਿਨਾ ਕੇ ਢੱਕਦੀ ਹੈ, ਪਰ ਉਹ ਆਪ ਠਰਦੀ ਹੀ ਰਹਿੰਦੀ ਹੈ। ਇੰਨੀ ਕੁਰਬਾਨੀ ਕਰਨ ਦੇ ਬਾਵਜੂਦ ਵੀ ਉਸ ਦੀ ਘਰ ਵਿੱਚ ਜਰਾ ਵੀ ਮਰਜ਼ੀ ਨਹੀਂ ਚੱਲਦੀ। ਅਗਲਾ ਵੇਖੋ ਕਾਵਿ ਟੋਟਾ ਬੱਚਿਓ। ਬੂਟੇ ਲਾਵਾਂ ਪਾਣੀ ਪਾਵਾਂ, ਸੇਰੇ ਗੁੰਦਾਂ ਸੁੱਖ ਮਨਾਵਾਂ, ਜੇ ਕਿਸੇ ਰੁੱਖ ਤੇ ਪੀਂਘ ਚਟਾਵਾਂ, ਫੇਰ ਨਾ ਦੁਨੀਆ ਜਰਦੀ ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਉਸੇ ਤਰ੍ਹਾਂ ਹੀ ਬੂਟੇ ਲਾਵਾਂ ਡਾਟ ਲਾਈਨ ਤੇ ਅਖੀਰ ਦੇ ਵਿੱਚ ਮਨ ਮਰਜ਼ੀ ਜਾਂ ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਤੇ ਪ੍ਰਸੰਗ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਵਿੱਚੋਂ ਸੁਖਵਿੰਦਰ ਅੰਮ੍ਰਿਤ ਕਵਿੱਤਰੀ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਲਿਆ ਗਿਆ ਹੈ ਵਿੱਚੋਂ। ਇਸ ਕਵਿਤਾ ਵਿੱਚ ਕਵਿੱਤਰੀ ਨੇ ਔਰਤ ਦੀ ਦਰਦ ਭਰੀ ਜਿਹੜੀ ਸਥਿਤੀ ਆ ਉਸ ਨੂੰ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ। ਇਸ ਕਾਵਿ ਟੋਟੇ ਵਿੱਚ ਕਵਿੱਤਰੀ ਕਹਿੰਦੀ ਹੈ ਕਿ ਉਹ ਆਪਣੇ ਹੱਥੀਂ ਬੂਟੇ ਲਗਾਉਂਦੀ ਹੈ ਤੇ ਉਹਨਾਂ ਨੂੰ ਪਾਣੀ ਦਿੰਦੀ ਹੈ। ਇਸ ਪਿੱਛੋਂ ਉਹਨਾਂ ਦੇ ਸਿਹਰੇ ਗੁੰਦ ਕੇ ਸਜਾਉਂਦੀ ਹੈ ਤੇ ਉਹਨਾਂ ਦੀ ਖੈਰ ਮਨਾਉਂਦੀ ਹੈ, ਪਰ ਜੇ ਉਹ ਕਿਸੇ ਬੂਟੇ ਉੱਤੇ ਪੀਂਘ ਪਾ ਲੈਂਦੀ ਹੈ ਤੇ ਲੋਕਾਂ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਉਹ ਮੇਰੇ ਇਸ ਮਨੋਰੰਜਨ ਤੇ ਖੁਸ਼ੀ ਨੂੰ ਬਰਦਾਸ਼ਤ ਨਹੀਂ ਕਰਦੇ। ਇਸ ਤਰ੍ਹਾਂ ਸਮਾਜ ਦੇ ਵਿੱਚ ਉਹਦੀ ਮਰਜ਼ੀ ਨਹੀਂ ਚੱਲਦੀ। ਕਹਿਣ ਦਾ ਭਾਵ ਕਿ ਔਰਤ ਘਰ ਵਾਸਤੇ, ਉਹਨੂੰ ਸਜਾਉਣ ਵਾਸਤੇ, ਉਹਨੂੰ ਬਣਾਉਣ ਵਾਸਤੇ ਬੜਾ ਕੁਝ ਕਰਦੀ ਆ, ਪਰ ਕਿਤੇ ਵੀ ਜਦੋਂ ਆਪਣੀ ਮਰਜ਼ੀ ਕਰਨ ਲੱਗਦੀ ਆ ਤਾਂ ਸਮਾਜ ਉਸਨੂੰ ਕਬੂਲ ਨਹੀਂ ਕਰਦਾ।
अगला वेखो काव टोटा, पंजवां काव टोटा। 4 काव टोटे असी कर चुके हैं बच्चों। ਜਿਹੜਾ ਪੰਜਵਾਂ ਕਾਵ ਟੋਟਾ ਵੇਖੋ, ਜੇ ਅੰਬਰ ਦਾ ਗੀਤ ਮੈਂ ਗਾਵਾਂ, ਸ਼ਿਕਰੇ ਰੋਕਣ ਮੇਰੀਆਂ ਰਾਵਾਂ, ਜ਼ਖਮੀ ਹੋਵਾਂ ਤੇ ਡਿੱਗ ਜਾਵਾਂ, ਰਹਾ ਮੈਂ ਹੋ ਕੇ ਭਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਇਹ ਉਸੇ ਤਰ੍ਹਾਂ ਹੀ ਕਾਵ ਟੋਟਾ, ਜੇ ਅੰਬਰ ਦਾ ਗੀਤ ਡਾਟ ਲਾਈਨ ਪਾ ਕੇ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਅੱਗੇ ਵੇਖੋ ਪ੍ਰਸੰਗ ਆ, ਇਹ ਕਾਵ ਟੋਟਾ ਆਧੁਨਿਕ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪਾਠ ਪੁਸਤਕ ਵਿਚਲੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਦੇ ਵਿੱਚ ਕਵਿੱਤਰੀ ਨੇ ਸਾਡੇ ਸਮਾਜ ਵਿੱਚ ਔਰਤ ਦੀ ਜੋ ਸਥਿਤੀ ਹੈ ਉਸ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਆਓ ਬੱਚਿਓ ਅੱਗੇ ਵਿਆਖਿਆ ਕਰਦੇ ਹਾਂ। ਇਸ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਸ਼ਬਦ ਔਖੇ ਸ਼ਬਦ ਉਹਨਾਂ ਦੇ ਅਰਥ ਵੇਖ ਲਈਏ। ਇੱਥੇ ਵੇਖੋ, ਸ਼ਿਕਰੇ ਰੋਕਣ। ਸ਼ਿਕਰੇ, ਸ਼ਿਕਰੇ ਦਾ ਅਰਥ ਹੈ ਕਿਸਮ ਦਾ ਪੰਛੀ ਹੁੰਦਾ। ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੇ ਵੀ ਆਪਣੀ ਕਵਿਤਾ ਦੇ ਵਿੱਚ ਕਿਹਾ ਕਿ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਇੱਕ ਪੰਛੀ ਦਾ ਨਾਂ ਹੈ। ਅੱਗੇ ਵੇਖੋ, ਅੰਬਰ। ਅੰਬਰ ਕਿਹਨੂੰ ਕਿਹਾ? ਆਕਾਸ਼ ਨੂੰ ਆਪਾਂ ਅੰਬਰ ਕਹਿੰਦੇ ਹਾਂ। ਤੇ ਅੱਗੇ ਹੁਣ ਇਹਦੇ ਵਿਆਖਿਆ ਕਰਦੇ ਹਾਂ। ਕਵਿੱਤਰੀ ਇਸ ਕਾਵ ਟੋਟੇ ਵਿੱਚ ਕਹਿੰਦੀ ਹੈ ਕਿ ਜੇ ਉਹ ਆਕਾਸ਼ ਦੇ ਗੀਤ ਗਾਉਂਦੀ ਹੋਈ ਉੱਚੀ ਉਡਾਰੀ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਮਾਸਖੋਰ ਸ਼ਿਕਰੇ ਉਸ ਦਾ ਰਸਤਾ ਰੋਕ ਲੈਂਦੇ ਹਨ। ਉਹ ਉਹਨਾਂ ਦੀ ਜ਼ਖਮੀ ਕੀਤੀ ਹੋਈ ਹੇਠਾਂ ਆ ਡਿੱਗਦੀ ਹੈ, ਫਿਰ ਉਹ ਹੌਕੇ ਭਰਦੀ ਹੀ ਰਹਿ ਜਾਂਦੀ ਹੈ। ਇੰਝ ਉਸ ਦੀ ਕਿਧਰੇ ਵੀ ਮਰਜ਼ੀ ਨਹੀਂ ਚੱਲਣ ਦਿੱਤੀ ਜਾਂਦੀ। ਸਮਾਜ ਦੀ ਸਥਿਤੀ ਨੂੰ ਉਹਨਾਂ ਨੇ ਇਸ ਕਾਵ ਟੋਟੇ ਦੇ ਵਿੱਚ ਬਿਆਨ ਕੀਤਾ ਕਿ ਕਿਸ ਤਰ੍ਹਾਂ ਜਿਹੜੇ ਸਮਾਜ ਦੇ ਵਿੱਚ ਲੋਕ ਜਿਹੜੇ ਉਸ ਨੂੰ ਅੱਗੇ ਵਧਣ ਨਹੀਂ ਦਿੰਦੇ। ਹੁਣ ਬੱਚਿਓ ਅਸੀਂ ਇਸ ਦਾ 6ਵਾਂ ਕਾਵ ਟੋਟਾ ਜਿਹੜਾ ਉਹ ਕਰਨ ਜਾ ਰਹੇ ਹਾਂ। ਅੰਬੜੀ ਕਹੇ ਪ੍ਰਾਹੁਣੀ ਆਈ, ਸੱਸੂ ਕਹੇ ਬਿਗਾਨੀ ਜਾਈ, ਸਾਰੀ ਉਮਰ ਪਤਾ ਨਾ ਲੱਗਿਆ, ਧੀ ਮੈਂ ਕਿਹੜੇ ਘਰ ਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਇਸ ਕਾਵ ਟੋਟੇ ਦੇ ਵਿੱਚ ਵੀ ਅਸੀਂ ਅੰਬੜੀ ਕਹੇ ਤੇ ਨਹੀਂ ਪੁੱਗਦੀ ਮਨ ਮਰਜੀ, ਅੰਬੜੀ ਕਹੇ ਅਗਰ ਡਾਟ ਲਾਈਨ ਪਾ ਕੇ ਨਹੀਂ ਪੁੱਗਦੀ ਮਨ ਮਰਜੀ ਲਿਖਾਂਗੇ। ਤੇ ਇਸ ਦੇ ਵਿੱਚ ਵੇਖੋ ਹੁਣ ਕਿਹੜਾ ਔਖਾ ਸ਼ਬਦ ਆ। ਅੰਬੜੀ, ਜਿਸ ਤਰ੍ਹਾਂ ਅੰਬੜੀ ਮਾਂ ਨੂੰ ਜਾਂ ਮੰਮੀ ਨੂੰ ਕਹਿੰਦੇ ਆ, ਸੱਸੂ ਸੱਸ ਨੂੰ ਕਹਿੰਦੇ ਆ, ਬਿਗਾਨੀ ਪਰਾਈ ਨੂੰ, ਤੇ ਜਾਈ ਹੁੰਦਾ ਵਾ ਜਿੱਥੇ ਜਨਮ ਲਿਆ, ਧੀ। ਇਹ ਕਾਵ ਟੋਟਾ ਪ੍ਰਸੰਗ ਵੇਖੋ ਪਹਿਲੋਂ, ਆਧੁਨਿਕ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਸਾਡੀ ਪਾਠ ਪੁਸਤਕ ਵਿੱਚ ਸ਼ਾਮਲ ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿੱਤਰੀ ਨੇ ਔਰਤ ਦੀ ਤਰਸਪੂਰਨ ਸਥਿਤੀ ਨੂੰ ਬਿਆਨ ਕੀਤਾ ਹੈ। ਇਸ ਕਾਵ ਟੋਟੇ ਦੇ ਵਿੱਚ ਕਵਿੱਤਰੀ ਕਹਿੰਦੀ ਹੈ ਕਿ ਉਸ ਨੂੰ ਜਨਮ ਦੇਣ ਵਾਲੀ ਉਸ ਦੀ ਮਾਂ, ਵਿਆਖਿਆ ਦੇ ਵਿੱਚ ਅਸੀਂ ਲਿਖਾਂਗੇ ਕਿ ਕਵਿੱਤਰੀ ਕਹਿੰਦੀ ਹੈ ਕਿ ਉਸ ਨੂੰ ਜਨਮ ਦੇਣ ਵਾਲੀ ਮਾਂ ਉਸ ਬਾਰੇ ਕਹਿੰਦੀ ਹੈ ਕਿ ਤੂੰ ਸਾਡੇ ਘਰ ਪ੍ਰਾਹੁਣੀ ਹੈ। ਜਿਸ ਤਰ੍ਹਾਂ ਆਮ ਦੇਖੋ ਬੱਚਿਓ, ਆਮ ਲੜਕੀਆਂ ਨੂੰ ਉਹਨਾਂ ਦੀਆਂ ਮਾਵਾਂ ਪੇਕੇ ਘਰ ਕਹਿ ਦਿੰਦੀਆਂ ਕਿ ਤੂੰ ਇੱਥੇ ਪ੍ਰਾਹੁਣੀ ਹੈ। ਤੇ ਜਦੋਂ ਵਿਆਹੀ ਜਾਂਦੀ ਆ ਸੱਸ, ਜਿਹੜੀ ਆ ਸਹੁਰੇ ਘਰ ਜਾ ਕੇ ਸੱਸ ਕਹਿੰਦੀ ਆ ਕਿ ਪਰਾਏ ਘਰ ਦੀ ਧੀ ਹੈ। ਅਜਿਹੀ ਹਾਲਤ ਵਿੱਚ ਉਸ ਨੂੰ ਸਾਰੀ ਉਮਰ ਇਹ ਪਤਾ ਹੀ ਨਹੀਂ ਲੱਗ ਸਕਿਆ ਕਿ ਅਸਲ ਵਿੱਚ ਉਹ ਕਿਹੜੇ ਘਰ ਦੀ ਧੀ ਹੈ। ਇੰਝ ਉਸ ਦੇ ਲਈ ਕੋਈ ਵੀ ਥਾਂ ਜਿਹੀ ਨਹੀਂ ਸੀ ਜਿੱਥੇ ਉਸ ਦੀ ਮਨ ਮਰਜ਼ੀ ਚੱਲ ਸਕਦੀ। ਪਿਆਰੇ ਬੱਚਿਓ, ਹੁਣ ਅਸੀਂ 7ਵਾਂ ਕਾਵ ਟੋਟਾ ਕਰਾਂਗੇ। ਗੁੜ ਪੂਣੀ ਦੀ ਲੋੜ ਨਾ ਕੋਈ, ਨਾ ਕੋਈ ਹੁਕਮ ਤੇ ਨਾ ਰਜ਼ੋਈ, ਦੱਬਣ ਦੀ ਵੀ ਹੁਣ ਨਹੀਂ ਖੇਚਲ, ਜੰਮਣੋਂ ਪਹਿਲਾਂ ਮਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਵੇਖੋ ਇਸ ਕਾਵ ਟੋਟੇ ਦੇ ਵਿੱਚ
ਜਿਹੜੇ ਔਖੇ ਸ਼ਬਦ ਆਏ ਆ ਉਹ ਕੀ ਅਰਜ਼ੋਈ, ਅਰਜ਼ੋਈ ਹੁੰਦੀ ਅਰਦਾਸ, ਬੇਨਤੀ, ਤੇ ਖੇਚਲ ਹੁੰਦੀ ਆ ਕੋਸ਼ਿਸ਼ ਕਰਨੀ ਜਾਂ ਖੇਚਲ ਕਰਨੀ ਜਾਂ ਕੋਸ਼ਿਸ਼ ਹੋਣੀ। ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪ੍ਰਸੰਗ ਕਰਾਂਗੇ। ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਸਾਡੀ ਪਾਠ ਪੁਸਤਕ ਵਿੱਚ ਸ਼ਾਮਲ ਸੁਖਵਿੰਦਰ ਅੰਮ੍ਰਿਤ ਜੀ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿੱਤਰੀ ਨੇ ਸਾਡੇ ਸਮਾਜ ਦੇ ਵਿੱਚ ਔਰਤ ਦੀ ਬੇਵਸੀ ਦੀ ਜੋ ਸਥਿਤੀ ਹੈ ਉਸ ਨੂੰ ਬਖੂਬੀ ਬਿਆਨ ਕੀਤਾ ਹੈ। ਤੇ ਹੁਣ ਇਹਦੀ ਵਿਆਖਿਆ ਕਰਦੇ ਹਾਂ। ਕਵਿੱਤਰੀ ਇਸ ਕਾਵਿ ਟੋਟੇ ਵਿੱਚ ਕਹਿੰਦੀ ਹੈ ਕਿ ਸਮਾਜ ਵਿੱਚ ਇਸਤਰੀ ਹੁੰਦਿਆਂ ਬੰਧਨਾਂ ਵਿੱਚ ਵਿਚਰਦੀ ਹੋਈ ਉਹ ਨਾ ਕੋਈ ਹੁਕਮ ਦੇ ਸਕਦੀ ਹੈ ਤੇ ਨਾ ਬੇਨਤੀ, ਪਰ ਉਹ ਕਹਿੰਦੀ ਹੈ ਕਿ ਪੁੱਤਰਾਂ ਦੇ ਇੱਛਕ ਇਸ ਸਮਾਜ ਨੂੰ ਉਸ ਦੇ ਹੱਥਾਂ ਵਿੱਚ ਗੁੜ ਤੇ ਪੂਣੀ ਦੇ ਕੇ ਦੱਬਣ ਦੀ ਵੀ ਲੋੜ ਨਹੀਂ, ਕਿਉਂਕਿ ਉਹ ਤਾਂ ਜਨਮ ਤੋਂ ਪਹਿਲਾਂ ਹੀ ਮਰ ਚੁੱਕੀ ਮਹਿਸੂਸ ਕਰਦੀ ਹੈ। ਜਿਸ ਸਮਾਜ ਵਿੱਚ ਉਸ ਦੀ ਮਨਮਰਜ਼ੀ ਨਹੀਂ ਚੱਲਦੀ ਉਸ ਵਿੱਚ ਉਹ ਆਪਣੇ ਆਪ ਨੂੰ ਜਿਉਂਦੀ ਨਹੀਂ ਸਮਝਦੀ। ਗੁੜ ਤੇ ਪੂਣੀ ਦਾ ਮੈਂ ਜ਼ਿਕਰ ਦੁਬਾਰਾ ਇਸ ਕਰਕੇ ਕਰਨ ਲੱਗੀ ਹਾਂ ਵੀ ਕਈਆਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਇਹ ਰਿਵਾਜ ਬਣਿਆ ਸੀ ਕਿ ਜੇਕਰ ਬੱਚਾ ਛੋਟੀ ਬੱਚੀ ਜਿਹੜੀ ਆ ਉਹ ਮਰਦੀ ਆ ਤੇ ਉਹਦੇ ਹੱਥ ਵਿੱਚ ਗੁੜ ਤੇ ਪੂਣੀ ਜਿਹੜੀ ਆਪਾਂ ਕੱਤਦੇ ਹਾਂ ਉਹ ਦੇ ਕੇ ਉਹਨੂੰ ਦਫਨਾਇਆ ਜਾਂਦਾ ਸੀਗਾ। ਇਸ ਕਰਕੇ ਇਹ ਜਿਹੜੀ ਰਿਵਾਜ ਨੂੰ ਕਵਿੱਤਰੀ ਨੇ ਬਿਆਨ ਕੀਤਾ। ਪਿਆਰੇ ਬੱਚਿਓ, ਅਸੀਂ ਸਾਰੀ ਕਵਿਤਾ ਜਿਹੜੀ ਆ ਬੜੀ ਗੌਰ ਨਾਲ ਪੜ੍ਹੀ, ਉਹਦੇ ਪ੍ਰਸੰਗ ਸਹਿਤ ਵਿਆਖਿਆ ਕੀਤੀ। ਹੁਣ ਅਸੀਂ ਇਸ ਦਾ ਕੇਂਦਰੀ ਭਾਵ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਹ ਵੱਖਰਾ ਪ੍ਰਸ਼ਨ ਆਉਂਦਾ ਕਿ ਕਵਿਤਾ ਦਾ ਕੇਂਦਰੀ ਭਾਵ ਲਿਖੋ। ਕੇਂਦਰੀ ਭਾਵ ਇਹਦਾ ਇਹ ਆ ਕਿ ਸਾਡੇ ਅਜੋਕੇ ਸਮਾਜ ਵਿੱਚ ਇਸਤਰੀ ਦੀ ਸਥਿਤੀ ਬਹੁਤ ਤਰਸਯੋਗ ਹੈ। ਉਸ ਦੀ ਇੱਕ ਧੀ ਦੇ ਰੂਪ ਵਿੱਚ, ਬੱਚਿਆਂ ਨੂੰ ਪਾਲਣ ਵਾਲੀ ਮਾਂ ਦੇ ਰੂਪ ਵਿੱਚ, ਘਰ ਨੂੰ ਚਲਾਉਣ ਵਾਲੀ ਸੁਆਣੀ ਦੇ ਰੂਪ ਵਿੱਚ, ਪੇਕੇ ਘਰ ਤੇ ਸਹੁਰੇ ਘਰ ਕਿਧਰੇ ਵੀ ਉਸ ਦੀ ਮਰਜ਼ੀ ਨਹੀਂ ਚੱਲਦੀ। ਉਹ ਹਰ ਸਮੇਂ ਅਤੇ ਹਰ ਥਾਂ ਬੰਧਨਾਂ ਵਿੱਚ ਫਸੀ ਹੋਈ ਆਪਣਾ ਜੀਵਨ ਜਿਉਂਦੀ ਹੈ। ਇਸੇ ਕਾਰਨ ਉਹ ਮਹਿਸੂਸ ਕਰਦੀ ਹੈ ਕਿ ਜਿਵੇਂ ਉਹ ਜਨਮ ਤੋਂ ਪਹਿਲਾਂ ਹੀ ਮਰ ਗਈ ਹੋਵੇ। ਇਹ ਇਸ ਦਾ ਕੇਂਦਰੀ ਭਾਵ ਆ। ਤੇ ਹੁਣ ਅਸੀਂ ਇਸ ਦੇ ਵਿੱਚ ਕਵਿਤਾ ਦੇ ਵਿੱਚ ਜਿਹੜੇ ਛੋਟੇ ਛੋਟੇ ਪ੍ਰਸ਼ਨ, ਵਸਤੂਨਿਸ਼ਟ ਪ੍ਰਸ਼ਨ ਆਉਣੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਛੋਟੇ ਛੋਟੇ ਪ੍ਰਸ਼ਨ ਆਉਣੇ ਆ। ਵੇਖੋ, ਜਿਸ ਤਰ੍ਹਾਂ ਤੁਹਾਡੇ ਪਾਠਕ੍ਰਮ ਵਿੱਚ ਸੁਖਵਿੰਦਰ ਅੰਮ੍ਰਿਤ ਦੀ ਕਿਹੜੀ ਕਵਿਤਾ ਸ਼ਾਮਲ ਹੈ? ਤਾਂ ਤੁਹਾਡਾ ਕੀ ਉੱਤਰ ਹੋਵੇਗਾ? ਮੇਰੀ ਨਹੀਂ ਪੁੱਗਦੀ। ਮੇਰੀ ਨਹੀਂ ਪੁੱਗਦੀ ਕਵਿਤਾ ਵਿੱਚ ਧੀ ਨੂੰ ਕੌਣ ਕੌਣ ਝਿੜਕਦੇ ਹਨ? ਮਾਂ ਤੇ ਪਿਓ। ਇਸਤਰੀ ਕਿਹਨਾਂ ਨੂੰ ਸਿਰਜਦੀ, ਪਾਲਦੀ ਤੇ ਗੋਦ ਵਿੱਚ ਸੰਭਾਲਦੀ ਹੈ? ਕਿਹਨਾਂ ਨੂੰ ਸੰਭਾਲਦੀ ਹੈ? ਬੱਚਿਆਂ ਨੂੰ। ਅੱਗੇ ਵੇਖੋ, ਮੇਰੀ ਨਹੀਂ ਪੁੱਗਦੀ ਕਵਿਤਾ ਵਿੱਚ ਅਮੜੀ ਧੀ ਬਾਰੇ ਕੀ ਕਹਿੰਦੀ ਹੈ? ਲੜਕੀ ਦੀ ਜਿਹੜੀ ਮਾਂ ਵਾ ਉਹ ਧੀ ਬਾਰੇ ਕੀ ਕਹਿੰਦੀ ਹੈ? ਕਿ ਇਹ ਬੇਗਾਨੀ ਧੀ ਹੈ। ਮਾਂ ਜਿਹੜੀ ਉਹ ਕਹਿੰਦੀ ਹੈ ਕਿ ਪ੍ਰਾਹੁਣੀ ਹੈ, ਤੇ ਜੋ ਸੱਸ ਵਾ ਉਹ ਕੀ ਕਹਿੰਦੀ ਆ? ਕਿ ਬੇਗਾਨੀ ਧੀ ਹੈ। ਚਰਖਾ ਕੱਤ ਕੇ ਪਹਿਰਨ ਕੌਣ ਤਿਆਰ ਕਰਦੀ ਹੈ? ਔਰਤ। ਇੱਕ ਮਾਂ ਜਿਹੜੀ ਆ ਪਹਿਨਣ ਦੇ ਵਾਸਤੇ ਕੱਪੜੇ ਤਿਆਰ ਕਰਦੀ ਹੈ। ਮੇਰੀ ਨਹੀਂ ਪੁੱਗਦੀ ਕਵਿਤਾ ਵਿੱਚ ਧੀ ਵੱਲੋਂ ਅੰਬਰ ਦਾ ਗੀਤ ਗਾਉਣ 'ਤੇ ਕੀ ਪ੍ਰਤੀਕਰਮ ਹੁੰਦਾ ਹੈ? ਉਸ ਨੂੰ ਸ਼ਿਕਰੇ ਪੈ ਗਿਆ। ਮੇਰੀ ਨਹੀਂ ਪੁੱਗਦੀ ਕਵਿਤਾ ਵਿੱਚ ਅਮੜੀ ਤੇ ਸੱਸ ਧੀ ਨੂੰ ਕੀ ਕਹਿੰਦੀਆਂ ਹਨ? ਪ੍ਰਾਹੁਣੀ ਤੇ ਬੇਗਾਨੀ। ਗੁੜ ਤੇ ਪੂਣੀ ਕਿਸ ਦੇ ਹੱਥਾਂ ਵਿੱਚ ਦਿੱਤੇ ਜਾਂਦੇ ਹਨ? ਜਿਹੜੀ ਕੁੜੀ ਜੰਮਦੀ ਮਾਰ ਦਿੱਤੀ ਜਾਵੇ ਜਾਂ ਮਰ ਜਾਵੇ ਉਸ ਦੇ ਹੱਥ ਵਿੱਚ ਉਹਨੂੰ ਦਫਨਾਉਣ ਤੋਂ ਪਹਿਲਾਂ ਗੁੜ ਤੇ ਪੂਣੀ ਦਿੱਤੇ ਜਾਂਦੇ ਹਨ। ਇਸਤਰੀ ਖੁਦ ਨੂੰ ਜਨਮ ਤੋਂ ਪਹਿਲਾਂ ਮਰੀ ਕਿਉਂ ਮਹਿਸੂਸ ਕਰਦੀ ਹੈ? ਕਿਉਂ ਮਹਿਸੂਸ ਕਰਦੀ ਆ? ਸਮਾਜ ਦੀ ਜਿਹੜੀ ਔਰਤ ਪ੍ਰਤੀ ਨਫ਼ਰਤ ਤੇ ਬੰਧਨਾਂ ਕਰਕੇ ਉਹ ਪਹਿਲਾਂ ਹੀ ਆਪਣੇ ਆਪ ਨੂੰ ਮਰੀ ਸਮਝਦੀ ਹੈ। ਕਵਿੱਤਰੀ ਦੀ ਕਿਹੜੀ ਗੱਲ ਨਹੀਂ ਪੁੱਗਦੀ?
उसकी मर्जी, जो मर्जी नाल कुछ भी नहीं कह सकती। कवित्री कत्ते हुए सूत नूं किहड़ा रंग चढ़ाउंदी है? सूहा ते सावा। कवित्री एक एक साह लई किन्नी वार मरदी है? 100 वारी। ਅੱਗੇ ਵੇਖੋ, ਕਵਿਤਰੀ ਬੂਟਿਆਂ ਨੂੰ ਪਾਣੀ ਲਾਉਣ ਤੋਂ ਇਲਾਵਾ ਕੀ ਕੰਮ ਕਰਦੀ ਹੈ? ਸਿਹਰੇ ਗੁੰਦਦੀ ਤੇ ਸੁੱਖਾਂ ਮਨਾਉਂਦੀ ਹੈ। ਇਸ ਤਰ੍ਹਾਂ ਦੇ ਇੱਕ ਦੋ ਸ਼ਬਦਾਂ ਵਾਲੇ ਜਿਹੜੇ ਪ੍ਰਸ਼ਨ ਤੁਹਾਨੂੰ ਆਉਣਗੇ। ਇਸ ਤੋਂ ਇਲਾਵਾ ਮਲਟੀਪਲ ਚੋਇਸ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ, ਜਾਂ ਬਹੁ ਚੋਣ ਪ੍ਰਸ਼ਨ, ਉਹਨਾਂ ਦੇ ਉਸ ਤਰ੍ਹਾਂ ਦੇ ਵੀ ਤੁਹਾਨੂੰ ਆ ਸਕਦੇ ਆ। ਜਿਸ ਤਰ੍ਹਾਂ ਮੇਰੀ ਨਹੀਂ ਪੁੱਗਦੀ ਕਵਿਤਾ ਕਿਸ ਦੀ ਲਿਖੀ ਹੋਈ ਹੈ? ਤੁਹਾਨੂੰ ਚੂਜ਼ ਕਰਨ ਵਾਸਤੇ 3-4 ਕਵੀਆਂ ਦੇ ਨਾਂ ਆਉਣਗੇ ਅਤੇ ਤੁਸੀਂ ਉਸ ਦੇ ਵਿੱਚੋਂ ਦੱਸਣਾ ਕਿ ਕਿਹੜਾ ਕਵੀ ਠੀਕ ਆ। ਪਰਮਿੰਦਰ ਸੋਢੀ, ਸਰਬਜੀਤ ਬੇਦੀ, ਡਾਕਟਰ ਸਰਬਜੀਤ ਕੌਰ ਸੋਹਲ, ਸੁਖਵਿੰਦਰ ਅੰਮ੍ਰਿਤ। ਅਤੇ ਤੁਸੀਂ ਜਿਹੜਾ ਵਾ ਉੱਤਰ ਕੀ ਦਿਓਗੇ? ਸੁਖਵਿੰਦਰ ਅੰਮ੍ਰਿਤ। ਕਾਵ ਨਾਇਕਾ ਜਾਂ ਕਵਿਤਰੀ ਨੂੰ ਕੁਝ ਕਰਨ ਜਾਂ ਬੋਲਣ ਤੋਂ ਕੌਣ ਵਰਜਦਾ ਹੈ? ਪਿਓ ਵਰਜਦਾ, ਮਾਂ ਵਰਜਦਾ, ਵੀਰ ਕਿ ਸੱਸ? ਅਤੇ ਤੁਹਾਡਾ ਕੀ ਉੱਤਰ ਹੋਵੇਗਾ? ਵੀਰ। ਅਗਲਾ ਪ੍ਰਸ਼ਨ ਵੇਖੋ, ਆਪਣੇ ਪਰਿਵਾਰ ਲਈ ਕਾਵ ਨਾਇਕਾ ਕਿਹੜਾ ਕੰਮ ਕਰਦੀ ਹੈ? ਚਰਖਾ ਕੱਤਦੀ ਆ, ਜਾਂ ਸੂਤ ਬਣਾਉਂਦੀ ਆ, ਜਾਂ ਰੰਗ ਚੜਾਉਂਦੀ ਆ, ਜਾਂ ਉਪਰੋਕਤ ਸਾਰੇ ਹੀ? ਅਤੇ ਤੁਸੀਂ ਜਦੋਂ ਕਵਿਤਾ ਗੌਰ ਨਾਲ ਪੜ੍ਹੀ ਆ ਤਾਂ ਤੁਸੀਂ ਕੀ ਇਹਦਾ ਰਿਜ਼ਲਟ ਕੱਢਿਆ ਕਿ ਸਾਰੇ ਹੀ ਉਹ ਕੰਮ ਕਰਦੀ ਹੈ। ਦੁਨੀਆ ਕਾਵ ਨਾਇਕਾ ਨੂੰ ਕਦੋਂ ਨਹੀਂ ਬਰਦਾਸ਼ਤ ਕਰਦੀ? ਬੂਟੇ ਲਾਉਂਦੀ ਨੂੰ, ਪਾਣੀ ਪਾਉਂਦੀ ਨੂੰ, ਸਿਹਰਾ ਗੁੰਦੀ ਨੂੰ ਕਿ ਪੀਂਘ ਝੂਟਦੀ ਨੂੰ? ਜਦੋਂ ਅਸੀਂ ਕਵਿਤਾ ਪੜ੍ਹੀ ਸੀ ਅਤੇ ਉਹਦੇ ਵਿੱਚ ਆਇਆ ਸੀ ਕਿ ਜਦੋਂ ਆਪਣੀ ਪੀਂਘ ਚੜਾਉਂਦੀ ਆ ਅਤੇ ਸਮਾਜ ਉਹਨੂੰ ਪਸੰਦ ਨਹੀਂ ਕਰਦਾ, ਅਤੇ ਇੱਥੇ ਉੱਤਰ ਹੋਵੇਗਾ ਪੀਂਘ ਝੂਟਦੀ ਨੂੰ। ਸ਼ਿਕਰੇ ਨਾਇਕਾ ਦਾ ਰਾਹ ਕਦੋਂ ਰੋਕਦੇ ਹਨ? ਜਦੋਂ ਉਹ ਸੂਤ ਬਣਾਉਂਦੀ ਹੈ, ਨਾਇਕ ਵੱਲ ਜਾਂਦੀ ਹੈ, ਅੰਬਰਾਂ ਦੇ ਗੀਤ ਗਾਉਂਦੀ ਹੈ, ਜਾਂ ਬੂਟੇ ਲਾਉਂਦੀ ਹੈ? ਉਦੋਂ ਜਦੋਂ ਅੰਬਰਾਂ ਦੇ ਗੀਤ ਗਾਉਂਦੀ ਹੈ। ਸੁਖਵਿੰਦਰ ਅੰਮ੍ਰਿਤ ਦੀ ਕਿਹੜੀ ਰਚਨਾ ਸਾਡੇ ਪਾਠਕ੍ਰਮ ਵਿੱਚ ਸ਼ਾਮਲ ਹੈ? ਪਿੰਡੋਂ ਸੁਨੇਹਾ, ਚੰਦਰੇ ਹਨੇਰੇ, ਮੇਰੀ ਨਹੀਂ ਪੁੱਗਦੀ ਕਿ ਮਾਂ ਬੋਲੀ? ਅਤੇ ਤੁਹਾਡਾ ਉੱਤਰ ਕੀ ਹੋਵੇਗਾ? ਮਾਂ ਬੋਲੀ। ਇਸ ਤਰ੍ਹਾਂ ਖਾਲੀ ਥਾਵਾਂ ਵੀ ਆਉਣਗੀਆਂ। ਜਿਸ ਤਰ੍ਹਾਂ ਖਾਲੀ ਥਾਂ ਆ ਜਾਂਦੀ ਆ, ਮੇਰੀ ਨਹੀਂ ਪੁੱਗਦੀ ਕਵਿਤਾ ਇਸਤਰੀ ਦੀ ਖਾਲੀ ਥਾਂ ਬਾਰੇ ਹੈ। ਕਾਹਦੇ ਬਾਰੇ ਆ? ਤਰਾਸਦੀ ਬਾਰੇ ਹੈ। ਕਵਿਤਰੀ ਨੂੰ ਘਰ ਵਿੱਚ ਮਾਂ ਅਤੇ ਪਿਓ ਖਾਲੀ ਥਾਂ ਹਨ ਕੀ ਕਰਦੇ ਹਨ? ਝਿੜਕਦੇ ਹਨ। ਅੱਗੇ ਵੇਖੋ, ਇਸਤਰੀ ਕੁੱਲ ਦੀ ਖਾਤਰ ਆਪਣੀ ਖਾਕ ਵਿੱਚੋਂ ਖਾਲੀ ਥਾਂ ਕੱਢਦੀ ਹੈ। ਕੀ ਕੱਢਦੀ ਆ? ਦੀਵੇ। ਦੁਨੀਆ, ਅਗਲਾ ਵੇਖੋ, ਇਸਤਰੀ ਨੂੰ ਪੀਂਘ ਝੂਟਦੀ ਨੂੰ ਨਹੀਂ ਖਾਲੀ ਥਾਂ ਹੈ। ਕੀ ਨਹੀਂ ਕਰਦੀ? ਜਰਦੀ ਨਹੀਂ। ਅੱਗੇ ਵੇਖੋ, ਖਾਲੀ ਥਾਂ ਤਾਂ ਇੱਕ ਤਰ੍ਹਾਂ ਨਾਲ ਜੰਮਣ ਤੋਂ ਪਹਿਲਾਂ ਮਰ ਜਾਂਦੀ ਹੈ। ਕੌਣ ਮਰ ਜਾਂਦੀ ਆ? ਔਰਤ। ਇਸ ਤਰ੍ਹਾਂ ਕਰਕੇ ਬੱਚਿਓ ਵੇਖੋ, ਤੁਹਾਨੂੰ ਖਾਲੀ ਥਾਂ ਵਾਲੇ, ਮਲਟੀਪਲ ਚੋਇਸ ਵਾਲੇ ਅਤੇ ਜਾਂ ਤੁਹਾਨੂੰ ਸਹੀ ਗਲਤ ਪ੍ਰਸ਼ਨ ਪਾਇਆ ਜਾਏਗਾ ਵੀ ਇਹ ਸਹੀ ਆ ਜਾਂ ਗਲਤ ਵਾ, ਤੁਸੀਂ ਉਸ ਦਾ ਉੱਤਰ ਦੇਣਾ ਵੀ ਆ ਸਕਦੇ ਆ। ਜਿਸ ਤਰ੍ਹਾਂ ਸੱਸ ਨਾਇਕਾ ਨੂੰ ਆਪਣੀ ਧੀ ਕਹਿੰਦੀ ਹੈ, ਠੀਕ ਹੈ ਜਾਂ ਗਲਤ ਵਾ? ਇਹ ਆ ਗਲਤ। ਔਰਤ ਤਾਂ ਅਸਲ ਵਿੱਚ ਜੰਮਣ ਤੋਂ ਪਹਿਲਾਂ ਹੀ ਮਰ ਜਾਂਦੀ ਹੈ, ਠੀਕ ਹੈ ਜਾਂ ਗਲਤ ਆ? ਸਹੀ ਆ। ਸੁਖਵਿੰਦਰ ਅੰਮ੍ਰਿਤ ਨੇ ਆਪਣੀ ਕਵਿਤਾ ਵਿੱਚ ਕੇਵਲ ਇਸਤਰੀ ਦੀ ਤਰਾਸਦੀ ਨੂੰ ਹੀ ਚਿਤਰਿਆ ਹੈ, ਠੀਕ ਹੈ ਜਾਂ ਗਲਤ ਆ? ਬਿਲਕੁਲ ਠੀਕ ਹੈ। ਪਿਆਰੇ ਬੱਚਿਓ, ਅਸੀਂ ਤੁਹਾਨੂੰ ਇਹ ਜਿਹੜੀ ਕਵਿਤਾ ਵਾ ਬੜੇ ਗੌਰ ਨਾਲ, ਬੜੇ ਧਿਆਨ ਨਾਲ ਪੜ੍ਹਾਈ ਆ, ਸਮਝਾਈ ਆ, ਅਤੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਬੜੀ ਵਧੀਆ ਤਰੀਕੇ ਦੇ ਨਾਲ ਸਮਝ ਲੱਗ ਗਈ ਹੋਵੇਗੀ। ਪ੍ਰਸੰਗ ਸਹਿਤ ਵਿਆਖਿਆ ਦੀ ਸਮਝ ਲੱਗ ਗਈ ਹੋਵੇਗੀ, ਕਿਸ ਤਰ੍ਹਾਂ ਪ੍ਰਸੰਗ ਅਸੀਂ ਦੇਣਾ ਵਾ ਅਤੇ ਕਿਸ ਤਰ੍ਹਾਂ ਕਾਵਿ ਟੋਟਾ ਦੇ ਵਿਆਖਿਆ ਕਰਨੀ ਆ, ਅਤੇ ਉਹਦੇ ਮਗਰ ਦਿੱਤੇ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਆ ਉਹਨਾਂ ਦਾ ਜਵਾਬ ਕਿਸ ਤਰ੍ਹਾਂ ਦੇ। ਪਿਆਰੇ ਬੱਚਿਓ, ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਵਿਤਾ ਸੁਖਵਿੰਦਰ ਅੰਮ੍ਰਿਤ ਜੀ ਦੀ ਮੇਰੀ ਨਹੀਂ ਪੁੱਗਦੀ। ਇਸ ਦੇ ਵਿੱਚ ਔਰਤ ਦੀ ਸਥਿਤੀ ਜੋ ਹੈ ਉਸ ਨੂੰ ਕਵਿਤਰੀ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਬਿਆਨ ਕੀਤਾ, ਅਤੇ ਇਸ ਦੇ ਪਿਛਲੇ ਅਭਿਆਸੀ ਪ੍ਰਸ਼ਨ ਵੀ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ।
ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗ ਗਈ ਹੋਵੇਗੀ। ਪ੍ਰਸੰਗ ਸਹਿਤ ਵਿਆਖਿਆ ਤੇ ਕੇਂਦਰੀ ਭਾਵ। ਧੰਨਵਾਦ।